का खालसा वाहिगुरू जी की फतेह। पिछले 5-6 ਹਫ਼ਤਿਆਂ ਤੋਂ ਹਰ ਸੋਮਵਾਰ ਨੂੰ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦਾ ਜੋ ਵਿਸ਼ਾ ਮਨੁੱਖ ਦੀ ਜੀਵਨ ਯਾਤਰਾ ਅਤੇ ਮੰਜ਼ਿਲ ਇਹਦੀ ਲੜੀਵਾਰ ਵਿਚਾਰ ਸਾਂਝੀ ਕਰ ਰਹੇ ਹਨ। ਅੱਜ ਵੀ ਉਸੇ ਵਿਸ਼ੇ ਨੂੰ ਅੱਗੇ ਤੋਰਨਗੇ। ਉਹ ਵੀਰ ਜੀ ਨੂੰ ਬੇਨਤੀ ਹੈ ਕਿ ਅੱਜ ਦਾ ਵਿਚਾਰ ਆਪ ਜੀ ਆਰੰਭ ਕਰਨ। ਵੀਰ ਹਰਜੀਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀਓ। ਗੁਰਮਤਿ ਦਾ ਇੱਕ ਵਿਸ਼ਾ ਇਨਸਾਨ ਦੇ ਸੰਸਾਰ ਤੇ ਆਉਣ ਤੋਂ ਲੈ ਕੇ ਇਸ ਦੀ ਜੀਵਨ ਯਾਤਰਾ ਦੀ ਸਮਾਪਤੀ ਦੀ ਲੀਲਾ, ਇਹ ਕੁਝ ਵਿਚਾਰਾਂ ਅਸੀਂ ਇਸ ਸਫ਼ਰ ਬਾਰੇ ਕਰ ਰਹੇ ਹਾਂ। ਪਿਛਲੇ ਹਫ਼ਤੇ ਜੋ ਵਿਚਾਰ ਕੀਤੀ ਸੀ, ਜੀਵ ਸਤ ਸੰਗਤ ਤੋਂ ਬਾਅਦ ਜਦੋਂ ਗੁਰੂ ਦੇ ਨੇੜੇ ਹੁੰਦਾ ਹੈ, ਫਿਰ ਸੁਰਤ ਜਦੋਂ ਸ਼ਬਦ ਨਾਲ ਭਿੱਜਣੀ ਸ਼ੁਰੂ ਹੁੰਦੀ ਹੈ, ਤੁਰਨਾ ਸ਼ੁਰੂ ਹੁੰਦਾ ਹੈ ਪੰਧ, ਇਸ ਦੇ ਵਿੱਚ ਇੱਕ ਤਬਦੀਲੀ, ਇੱਕ ਅਹਿਮ ਜਿਹੀ ਮੋੜ ਵੀ ਆਉਂਦਾ ਹੈ ਇਸ ਯਾਤਰਾ ਵਿੱਚ। ਸ਼ਬਦ ਦਾ ਮੇਲ ਖਪਾ ਕੇ ਸੁਰਤ ਜਦੋਂ ਇਸ ਯਾਤਰਾ ਦੇ ਅੱਗੇ ਨੂੰ ਕਦਮ ਪੁੱਟਦੀ ਹੈ, ਹਾਲੇ ਥੋੜੇ ਜਿਹੇ ਸਫ਼ਰ ਨੂੰ ਤੈਅ ਕਰਦੀ ਹੈ ਕਿ ਇੱਕ ਬੜੀ ਹੀ ਅਹਿਮ ਜਿਹੀ ਘਟਨਾ ਇਸ ਦੇ ਰਸਤੇ ਵਿੱਚ ਵਾਪਰਨੀ ਸ਼ੁਰੂ ਹੁੰਦੀ ਹੈ। ਉਹ ਇਸ ਘਟਨਾ ਇਹੋ ਜਿਹੀ ਹੈ ਜਿੱਥੋਂ ਜੀਵ ਮੁੜ ਭਟਕਣਾ ਦਾ ਸ਼ਿਕਾਰ ਹੋ ਜਾਂਦਾ ਹੈ। ਜਿੱਥੋਂ ਚੱਲਿਆ ਸੀ ਉੱਥੇ ਆ ਡਿੱਗਦਾ ਹੈ। ਗੁਰਬਾਣੀ ਨੇ ਇਸ ਘਟਨਾ ਨੂੰ ਵਿਖੜੇ ਦਾਵ ਦੇ ਨਾਲ ਵੀ ਗੱਲ ਕੀਤੀ, ਯਾਦ ਕੀਤਾ ਹੈ। ਵਿਖੜੇ ਦਾਵ, ਇੱਥੇ ਦੋ ਚੀਜ਼ਾਂ ਗੁਪਤ ਰੂਪ ਵਿੱਚ ਆਪਣਾ ਰੂਪ ਦਿਖਾਉਂਦੀਆਂ ਹਨ। ਆਪਣਾ ਜੋ ਪਹਿਲਾਂ ਅਸੀਂ ਵਿਚਾਰ ਕਰ ਚੁੱਕੇ ਹਾਂ, ਦੋ ਚੀਜ਼ਾਂ ਇੱਥੇ ਆਪਣਾ ਰੂਪ ਬਦਲ ਕੇ ਅਧਿਆਤਮਿਕ ਪਾਂਧੀ ਨੂੰ, ਅਧਿਆਤਮਿਕ ਸਫ਼ਰ ਤੇ ਤੁਰੇ ਹੋਏ ਇਸ ਜੀਵਨ ਯਾਤਰੂ ਨੂੰ ਆ ਕੇ ਮਿਲ ਜਾਂਦੀਆਂ ਹਨ। ਇੱਕ ਰੂਪ ਹੈ ਮਾਇਆ ਦਾ ਤੇ ਦੂਜਾ ਰੂਪ ਹੈ ਹਉਮੈ ਦਾ। ਮਾਇਆ ਉਸ ਪਿਆਰੇ ਨੂੰ, ਉਸ ਹਰੀ ਨੂੰ ਸੁਰਤ ਵਿੱਚੋਂ ਵਿਸਾਰ ਦੇਣ ਲਈ ਆਪਣਾ ਵੱਖਰਾ ਰੂਪ ਧਾਰਨ ਕਰਕੇ ਫਿਰ ਆਉਂਦੀ ਹੈ। ਇਹ ਰੂਪ ਹੁਣ ਬਦਲ ਗਿਆ। ਇਸ ਬਦਲਵੇਂ ਰੂਪ ਵਿੱਚ ਇਹ ਮਾਇਆ ਫਿਰ ਰਿਧੀਆਂ ਸਿੱਧੀਆਂ, ਬਸ ਮੂੰਹ ਤੋਂ ਬੋਲ ਬੋਲੇ ਦਾ ਸੱਚ ਹੋ ਜਾਣਾ, ਅਰਦਾਸ ਪੂਰੀ ਹੋ ਜਾਣੀ,
ਇਹੋ ਜਿਹਾ ਜੀਵ ਦੇ ਅੰਦਰ ਇੱਕ ਵਿਚਾਰ ਜਿਹਾ ਪੈਦਾ ਕਰਦੇ ਹਨ। ਇਹ ਆਮ ਗੱਲ ਹੈ। ਮੈਂ ਫਿਰ ਬੇਨਤੀ ਕਰਦਿਆਂ, ਜੀਵਨ ਦਾ ਪਹਿਲਾ ਮੰਜ਼ਿਲ ਅਧਿਆਤਮਕ ਦਾ ਤੈਅ ਕਰਦਿਆਂ ਹੀ ਇਹ ਚੀਜ਼ਾਂ ਤੁਰ ਪੈਂਦੀਆਂ, ਨਾਲੋਂ ਨਾਲ ਤੁਰ ਪੈਂਦੀਆਂ ਹਨ। ਗੁਰੂ ਪਾਤਸ਼ਾਹ ਜੀ ਨੇ ਇਹਨਾਂ ਚੀਜ਼ਾਂ ਨੂੰ ਗੁਰਬਾਣੀ ਅੰਦਰ ਵੀ ਜ਼ਿਕਰ ਕੀਤਾ ਹੈ। ਬਾਣੀ ਅੰਦਰ ਵੀ ਇਹ ਚੀਜ਼ਾਂ ਸਮਝਾਈਆਂ ਨੇ। ਕਹਿੰਦੇ ਨੇ ਇਹ ਤਾਂ ਤੇਰੇ ਰਿਧੀਆਂ ਸਿੱਧੀਆਂ ਦੀਆਂ ਤਾਕਤਾਂ ਤਾਂ ਮਾਮੂਲੀ ਜੀ ਗੱਲਾਂ ਹਨ ਭਗਤੀ ਦੇ ਮਾਰਗ ਤੇ ਚੱਲਣ ਵਾਲੇ ਲਈ। ਔਰ ਪਰ ਬਹੁਤ ਇਨਸਾਨ ਇਸ ਮਾਇਆ ਦੇ ਬਦਲਵੇਂ ਰੂਪ ਵਿੱਚ ਇਹ ਕਹਿੰਦੇ ਕੁਝ ਤਾਕਤਾਂ ਜਿਹੜੀਆਂ ਆ ਜਾਂਦੀਆਂ ਹਨ, ਇਹ ਕਹਿ ਲਈਏ ਸ਼ਬਦ ਸੁਰਤ ਦੇ ਮੇਲ ਕਰਕੇ ਕੁਝ ਤਾਕਤ ਜਦੋਂ ਜੀਵ ਵਿੱਚ ਆ ਜਾਂਦੀ ਹੈ, ਜਿਸ ਕਰਕੇ ਉਹ ਜ਼ੁਬਾਨ ਤੋਂ ਜੋ ਕਵੇ ਕਈ ਵਾਰੀ ਸੱਚ ਹੋਣ ਲੱਗ ਜਾਂਦਾ ਹੈ। ਕਿਸੇ ਦੇ ਦਿਲ ਦੀ ਗੱਲ ਨੂੰ ਲੱਭ ਲੈਣਾ, ਜ਼ੁਬਾਨ ਤੋਂ ਸੱਚ ਹੋ ਜਾਣਾ, ਜਾਂ ਇਹੋ ਕਹਿ ਲਈਏ ਕਿ ਜੋ ਸੱਚ ਹੈ ਉਹ ਕਹਿਣ ਲੱਗ ਪੈਂਦਾ ਹੈ, ਜਿਸ ਦਾ ਆਮ ਸੰਸਾਰ ਨੂੰ ਸੁੱਝ ਹੀ ਨਹੀਂ। ਸੰਸਾਰੀ ਲੋਕ, ਦੁਨੀਆਦਾਰ ਲੋਕ ਅਜਿਹੀ ਦਸ਼ਾ ਨੂੰ, ਇਸ ਅਵਸਥਾ ਨੂੰ ਬੜਾ ਪਿਆਰ ਤੇ ਸਤਿਕਾਰ ਦਿੰਦੇ ਹਨ। ਲੋ ਜੀ ਫਲਾਣਾ ਤਾਂ ਦਿਲ ਦੀ ਗੱਲ ਲੱਭ ਲੈਂਦਾ ਹੈ, ਫਲਾਣੇ ਦੇ ਮੂੰਹ ਤੋਂ ਬੋਲਿਆ ਹੋਇਆ ਸੱਚਾ ਹੋ ਜਾਂਦਾ ਹੈ, ਫਲਾਣਾ ਤਾਂ ਬੜਾ ਹੀ ਉੱਚੀ ਆਤਮਿਕ ਅਵਸਥਾ ਦਾ ਰੱਬ ਨਾਲ ਮਿਲਿਆ ਹੋਇਆ ਹੈ। ਹੁਣ ਇਹ ਜਦੋਂ ਗੱਲਾਂ ਜੀਵ ਸੁਣਦਾ ਹੈ ਤਾਂ ਫਿਰ ਅੰਦਰ ਹਉਮੈ ਜਨਮ ਲੈਂਦੀ ਹੈ। ਉਹ ਲੁਕਿਆ ਹੋਇਆ ਹਉਮੈ ਦਾ ਰੂਪ ਜੋ ਪਹਿਲਾਂ ਸ਼ਬਦ ਦੇ ਨਾਲ ਮਰਿਆ ਸੀ, ਦੱਬਿਆ ਗਿਆ ਸੀ, ਫਿਰ ਆ ਕੇ ਪ੍ਰਗਟ ਹੁੰਦਾ ਹੈ। ਕਈ ਵਾਰੀ ਜੀਵ ਜਿੱਥੇ ਪਹੁੰਚ ਕੇ ਉਹ ਕੰਮ ਕਰ ਬੈਠਦਾ ਹੈ ਜਿੱਥੋਂ ਇਹ ਸਾਰੀ ਭਟਕਣਾ ਸ਼ੁਰੂ ਹੋਈ ਸੀ। ਭਾਵ ਭਾਣੇ ਵਿੱਚ ਰਹਿਣ ਵਾਲਾ ਨਿਜ਼ਮ ਤੋੜ ਕੇ ਇਹ ਬਦਲਵੇਂ ਰੂਪ ਵਿੱਚ ਆਈ ਹੋਈ ਇਹਨਾਂ ਸ਼ਕਤੀਆਂ ਦੇ ਮਗਰ ਲੱਗ ਤੁਰਦਾ ਹੈ। ਇੱਥੇ ਫਿਰ ਡੇਰੇ ਬਣਦੇ ਹਨ, ਇੱਥੇ ਫਿਰ ਧਰਮ ਸਥਾਨ ਬਣਾ ਕੇ ਬੈਠ ਜਾਂਦੇ ਹਨ। ਇੱਥੇ ਹੀ ਇਹੋ ਅਵਸਥਾ ਵਿੱਚ ਆਏ ਹੋਏ ਲੋਕ ਆਪਣੇ ਮਗਰ ਲੋਕਾਂ ਨੂੰ ਲਾ ਲੈਂਦੇ ਹਨ। ਸੰਸਥਾਵਾਂ ਖੁੱਲ ਜਾਂਦੀਆਂ ਨੇ, ਕਦੀ ਸ਼ਬਦ ਸੁਰਤ ਦਾ ਮੇਲ ਕਰਾਇਆ ਜਾਂਦਾ ਹੈ, ਕਦੀ ਹੋਰ ਰਸਤੇ ਦਿੰਦੇ, ਕਿਤੇ ਨਕਸ਼ੇ ਬਣਾ ਕੇ ਸੱਚਖੰਡ ਦੇ ਪਹੁੰਚਾਇਆ ਜਾਂਦਾ ਹੈ। ਆਮ ਤੁਸੀਂ ਦੇਖਿਆ ਹੋਏਗਾ, ਜੀਵਨ ਯਾਤਰਾ ਵਿੱਚ ਕਰਦੇ ਹਾਂ ਸਾਨੂੰ ਇਹੋ ਲੋਕ ਵੀ ਮਿਲ ਜਾਂਦੇ ਹਨ। ਇਹ ਇੱਕ ਇਹੋ ਜਿਹੀ ਅਵਸਥਾ ਹੈ ਕਿ ਇਸ ਬਦਲੇ ਹੋਏ ਰੂਪ ਦੇ ਵਿੱਚ ਸਤਿਗੁਰ ਦੀ ਬਖਸ਼ਿਸ਼ ਤੋਂ ਦੀ ਬੇੜੀ ਵਿੱਚੋਂ ਮਨੁੱਖ ਉਤਰ ਜਾਵੇ, ਫਿਰ ਮਾਇਆ ਆਪਣੀ ਉਂਗਲ ਇਹਨੂੰ ਫੜਵਾ ਕੇ ਵਾਪਸ ਉੱਥੇ ਲਿਆ ਕੇ ਆ ਕੇ ਖੜੀ ਕਰ ਦਿੰਦੀ ਹੈ ਜਿੱਥੋਂ ਇਹ ਚੱਲਿਆ ਸੀ। ਇੱਥੇ ਭਗਤ ਕਬੀਰ ਜੀ ਨੇ ਇੱਕ ਬੜਾ ਖੂਬਸੂਰਤ ਸ਼ਲੋਕ ਲਿਖਿਆ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸ਼ੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ, बीचे अटक्यो चीत। ਇਹ ਭਗਤ ਜੀ ਦਾ ਸ਼ਲੋਕ ਨੰਬਰ 96 ਆਉਂਦਾ ਹੈ। ਬੜੇ ਕੁਝ ਮਗਰ ਲੁਦੜੀਆਂ ਨੂੰ ਲਾ ਲਿਆ, ਮਿੱਤਰ ਬਣਾ ਲਏ, ਸੰਬੰਧੀ ਬਣਾ ਲਏ। ਰੱਬ ਨੂੰ ਮਿੱਤਰ ਬਣਾਉਣਾ ਸੀ, ਰੱਬ ਮਿੱਤਰ ਨਾ ਬਣਾਇਆ, ਰੱਬ ਦੀ ਮਿੱਤਰਤਾ ਤੋਂ ਦੂਰੀ ਹੋ ਗਈ। ਬਸ ਇੱਥੇ ਆ ਕੇ ਮਨੁੱਖ ਖੜਾ ਹੋ ਗਿਆ, ਬਸ ਮੈਨੂੰ ਸਭ ਕੁਝ ਮਿਲ ਗਿਆ ਜੀ, ਮੈਂ ਤਾਂ ਹੁਣ ਹਰ ਜੀ ਗੱਲ ਮੈਨੂੰ ਪਤਾ ਲੱਗਣ ਲੱਗ ਪਈ, ਮੇਰਾ ਤਾਂ ਵਾਕ ਪੂਰਾ ਹੋ ਜਾਂਦਾ ਹੈ, ਮੇਰੀ ਤਾਂ ਅਵਸਥਾ ਹੀ ਇੰਨੀ ਵਧੀਆ ਬਣ ਗਈ ਹੈ। ਜੀਵਨ ਯਾਤਰਾ ਸ਼ਾਇਦ ਇੱਥੇ ਹੀ ਮੁੱਕ ਗਈ ਹੈ, ਇੱਥੇ ਹੀ ਸਮਾਪਤ ਹੋ ਗਈ ਹੈ। ਚਾਲੇ ਥੇ ਹਰ ਮਿਲਨ ਕੋ, ਪਰ ਵਿਚੇ ਅਟਕਿਓ ਚੀਤ, ਚਿੱਤ ਵਿੱਚੇ ਆ ਕੇ ਖੜਾ ਹੋ ਗਿਆ। ਇਹਨਾਂ ਚੀਜ਼ਾਂ ਦੇ ਵਿੱਚ ਆ ਕੇ ਮੋਹ ਮਮਤਾ ਦੀਆਂ ਇਹਨਾਂ ਬੇੜੀਆਂ ਵਿੱਚ ਆ ਕੇ ਵੱਜ ਗਿਆ। ਹੰਕਾਰ ਦੀਆਂ ਟੀਸੀਆਂ ਤੇ ਜੀਵ ਫਿਰ ਚੜ੍ਹਨਾ ਸ਼ੁਰੂ ਹੋਇਆ। ਰੱਬ ਨੂੰ ਮਿਲਣ ਚੱਲਿਆ ਸੀ। ਬਹੁਤੇ ਸਾਰੇ ਪੀਰ ਫਕੀਰ ਇਸ ਔਖੀ ਘਾਟੀ ਤੇ ਆ ਕੇ ਹੀ ਰੁਕ ਜਾਂਦੇ ਹਨ। ਅਵਗੜ ਘਾਟੀ ਰਾਮ ਕੀ ਹੈ, ਇਸ ਘਾਟੀ ਤੇ ਆ ਖੜੇ ਹੋ ਜਾਂਦੇ ਹਨ। ਰਿੱਧੀਆਂ ਸਿੱਧੀਆਂ ਫਿਰ ਬੇਨਤੀ ਕਰਾਂ, ਰੱਬੀ ਮਾਰਗ ਦਾ ਇੱਕ ਪਹਿਲਾ ਹੀ ਪੜਾਅ ਹੈ।
ਰਿਧੀਆਂ ਸਿੱਧੀਆਂ ਰੱਬੀ ਮਾਰਗ ਤੇ ਚੱਲਣ ਵਾਲੇ ਦਾ ਇੱਕ ਪਹਿਲਾ ਹੀ ਪੜਾਅ ਹੈ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਧਾਂ ਨੂੰ ਇਹੋ ਹੀ ਗੱਲ ਸਮਝਾਈ ਸੀ। ਜਦੋਂ ਗੁਰੂ ਨਾਨਕ ਦੇ ਅੱਗੇ ਕੋਈ ਅੱਗ ਦਾ ਗੋਲਾ ਬਣ ਗਿਆ, ਆਪਣੀ ਤਾਕਤ ਰਿਧੀਆਂ ਸਿੱਧੀਆਂ ਤਾਕਤ ਦੇ ਨਾਲ ਕੋਈ ਸ਼ੇਰ ਦਾ ਰੂਪ ਬਣਾ ਕੇ ਚੱਲਣ ਲੱਗ ਪਿਆ, ਕੋਈ ਡਰੋਨ ਆ ਗਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਕੋਲ ਡਰੇ ਨਹੀਂ, ਕਹਿਣ ਲੱਗੇ ਬੰਦਿਓ ਬੰਦਿਆਂ ਵਾਲਾ ਕੰਮ ਕਰੋ। ਇਹ ਰੱਬੀ ਮਾਰਗ ਦਾ ਇੱਕ ਪਹਿਲਾ ਪੜਾਅ ਸੀ, ਜਿੱਥੇ ਦੁਨੀਆ ਬਹੁਤ ਲੁਕਾਈ ਰੱਬੀ ਮਾਰਗ ਤੇ ਜੀਵਨ ਯਾਤਰਾ ਕਰਦੀ ਕਰਦੀ ਇੱਥੇ ਖੜੀ ਹੋ ਜਾਂਦੀ ਹੈ। ਰਿਧੀਆਂ ਸਿੱਧੀਆਂ ਆਉਣ ਦਾ ਅਰਥ ਤਾਂ ਇਹ ਸੀ ਕਿ ਮਾਰਗ ਠੀਕ ਹੈ, ਜਿਸ ਮਾਰਗ ਤੇ ਕਦਮ ਰੱਖਿਆ ਇਹ ਠੀਕ ਚੱਲ ਰਿਹਾ ਹੈ, ਪਰ ਇਹ ਮੰਜ਼ਿਲ ਨਹੀਂ ਹੈ। ਰੱਬੀ ਮਾਰਗ ਦੀ ਇਹ ਮੰਜ਼ਿਲ ਨਹੀਂ ਹੈ। ਜੇ ਇਸ ਨੂੰ ਹੀ ਮੰਜ਼ਿਲ ਸਮਝ ਬੈਠਾਂਗੇ ਤਾਂ ਫਿਰ ਅਸੀਂ ਸਮਝੋ ਇੱਕ ਕਦਮ ਚੱਲ ਕੇ ਹੀ 99 ਕਦਮ ਅਜੇ ਵੀ ਰੱਬ ਤੋਂ ਦੂਰ ਖੜੇ ਸਾਂ, ਤੇ ਇੱਕ ਕਦਮ ਚੱਲੇ ਵੀ ਉਹ ਵੀ ਥੱਲੇ ਆ ਕੇ ਫਿਰ ਦੁਬਾਰਾ ਡਿੱਗ ਪਏ। ਰਾਹ ਵਿੱਚ ਜਦੋਂ ਅਸੀਂ ਚੱਲਿਆ ਸੀ ਮੰਜ਼ਿਲ ਦੇ ਲਈ, ਤੇ 1 ਕਿਲੋਮੀਟਰ ਤੇ ਜਾ ਕੇ ਆਪਣਾ ਘਰ ਬਣਾ ਕੇ ਬੈਠ ਜਾਏ ਕਿ ਵੀ ਮੇਰੀ ਉਹੀ ਮੰਜ਼ਿਲ ਹੈ, ਕਦੀ ਉਹ ਮੰਜ਼ਿਲ ਤੇ ਪਹੁੰਚ ਨਹੀਂ ਸਕਦਾ। ਰਾਹ ਵਿੱਚ ਅਟਕੇ ਹੋਏ ਦੀ ਕਦੀ ਵੀ ਜੀਵਨ ਯਾਤਰਾ ਪੂਰੀ ਨਹੀਂ ਹੁੰਦੀ। ਰਸਤੇ ਵਿੱਚ ਅਟਕੇ ਹੋਏ ਮਨੁੱਖ ਦੀ ਜੀਵਨ ਯਾਤਰਾ ਕਦੀ ਵੀ ਪੂਰੀ ਨਹੀਂ ਹੁੰਦੀ, ਅਧੂਰੀ ਹੀ ਰਹਿ ਜਾਂਦੀ ਹੈ। ਇਸ ਤਾਕਤ ਕਾਰਨ ਜੀਵ ਰੱਬ ਦਾ ਪੁਜਾਰੀ ਹੋ ਕੇ ਵੀ ਸ਼ਰੀਕ ਬਣ ਜਾਂਦਾ ਹੈ। ਲੱਗਦਾ ਨਹੀਂ? ਇਹ ਮਾਇਆ ਦੇ ਕੋਮਲ ਬੰਧਨ ਦਾ ਸਵਾਲ ਆਇਆ ਸੀ, ਇਹੋ ਹੀ ਮਾਇਆ ਦੇ ਕੋਮਲ ਬੰਧਨ ਹਨ, ਜਿੱਥੇ ਜੀਵ ਨੂੰ ਇਹ ਨਾ ਪਤਾ ਲੱਗੇ ਕਿ ਮੈਂ ਬੰਧਨਾਂ ਵਿੱਚ ਵੱਜ ਗਿਆ ਹਾਂ, ਲੇਕਿਨ ਅਸਲ ਵਿੱਚ ਉਹ ਬਚਿਆ ਹੋਇਆ ਹੈ। ਜਦੋਂ ਜੀ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰਨਾਰ, ਬੰਧਨ ਕਿਰਖੀ ਕਰੇ ਕਰਸਾਨ। ਬੰਦਾ ਕੰਮ ਧੰਦਾ ਕਰਦਾ ਕਿ ਜੀ ਉਹ ਤਾਂ ਮੇਰਾ ਰੋਜ਼ ਦਾ ਕੰਮ ਹੈ। ਕੰਮ ਕਰਨਾ ਮਾੜਾ ਨਹੀਂ ਸੀ, ਕਿਰਤ ਕਰਨੀ ਮਾੜੀ ਨਹੀਂ ਸੀ, ਪਰ ਕਿਰਤ ਦੇ ਬੰਧਨਾਂ ਵਿੱਚ ਬਣ ਕੇ ਧੰਦਾ ਬਣਾ ਲੈਣਾ, ਇਹ ਮਾਇਆ ਦੇ ਕੋਮਲ ਬੰਧਨ ਹਨ। ਜਿਹੜੇ ਕੋਮਲ ਬੰਧਨਾਂ ਦੀ ਗੱਲ ਗੁਰੂ ਪਾਤਸ਼ਾਹ ਨੇ ਸਾਨੂੰ ਕੀਤੀ ਹੈ, ਇਹ ਹੈ ਕੋਮਲ ਬੰਧਨਾਂ ਵਿੱਚ ਬੰਦਾ ਵੱਜ ਜਾਂਦਾ ਹੈ। ਇਸ ਅਵਸਥਾ ਵਿੱਚ ਮਨੁੱਖ ਆਪਣੀ ਪਹਿਚਾਨ ਨੂੰ ਭੁੱਲ ਕੇ ਇਹ ਭੁੱਲ ਹੀ ਜਾਂਦਾ ਕਿ ਮੈਂ ਹੁਣ ਧਰਮੀ ਨਹੀਂ ਰਿਹਾ, ਧਰਮੀ ਹੋ ਗਿਆ ਹਾਂ। ਭਾਵ ਮੇਰਾ ਇਹ ਮੰਜ਼ਿਲ ਨਹੀਂ ਸੀ। ਹੁਣ ਤਾਂ ਪਹਿਚਾਨ ਧਰਮੀਆਂ ਵਾਲੀ ਬਣਾ ਲਈ ਹੈ, ਪਰ ਅੰਦਰੋਂ ਸੁਰਤ ਹੁਣ ਗੁਰੂ ਦੇ ਸ਼ਬਦ ਦੀ ਅਗਵਾਈ ਛੱਡ ਕੇ ਫਿਰ ਆਪਣੀ ਮਨ ਮਰਜ਼ੀ ਦੇ ਰਾਹ ਵਿੱਚ ਪੈ ਤੁਰਦੀ ਹੈ। ਗੁਰੂ ਦੀ ਅਗਵਾਈ ਲਈ ਸੀ ਹਰ ਮਿਲਨ ਲਈ, ਚਾਲੇ ਥੇ ਹਰ ਮਿਲਨ ਕੋ, ਪਰ ਵਿਚੇ ਅਟਕਿਓ ਚੀਤ ਦੇ। ਭਗਤ ਕਬੀਰ ਜੀ ਦੇ ਸ਼ਲੋਕ ਅਨੁਸਾਰ ਇਹ ਮਨੁੱਖ ਉੱਥੇ ਦਾ ਉੱਥੇ ਆ ਕੇ ਹੀ ਖੜਾ ਹੋ ਗਿਆ। ਇੱਥੇ ਹੀ ਹੁਕਮ ਅਦੂਲੀ ਨੇ ਪਹਿਲਾਂ ਵੀ ਖੁਦਾ ਤੋਂ ਦੂਰ ਕੀਤਾ ਸੀ। ਇਸੇ ਹੁਕਮ ਅਦੂਲੀ ਨੇ ਪਹਿਲਾਂ ਵੀ ਰੱਬ ਤੋਂ ਦੂਰੀ ਬਣਾਈ ਹੋਈ ਸੀ। ਇਸੇ ਹੁਕਮ ਅਦੂਲੀ ਨੇ ਪਹਿਲਾਂ ਵੀ ਰੱਬ ਨੂੰ ਮਿਲਣ ਨਹੀਂ ਸੀ ਦਿੱਤਾ, ਤੇ ਪਿਆਰਿਓ ਇਹੋ ਹੀ ਗਲਤੀ ਜੀਵ ਨੇ ਦੁਬਾਰਾ ਕਰ ਲਈ। ਜਿੱਥੋਂ ਚੱਲਿਆ ਸੀ ਵਿਚੇ ਅਟਕਿਓ ਚੀਤ ਤੇ ਆ ਕੇ ਇਹ ਖੜਾ ਹੋ ਗਿਆ। ਇਹ ਜਿਸ ਦੀ ਸੁਰਤ ਇਸ ਮਾਇਆ ਦੇ ਬਦਲੇ ਹੋਏ ਰੂਪ ਦਾ ਸ਼ਿਕਾਰ ਹੋ ਗਈ, ਜੀਵ ਦੀ ਸੁਰਤ ਮਾਇਆ ਦੇ ਇਸ ਬਦਲੇ ਹੋਏ ਰੂਪ ਦਾ ਸ਼ਿਕਾਰ ਬਣ ਗਈ। ਉਹਨੂੰ ਰੋਕਣ ਲਈ ਗੁਰੂ ਮਹਾਰਾਜ ਜੀ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਬਾਣੀ ਵੀ ਸਾਨੂੰ ਬਾਰ-ਬਾਰ ਦਿੱਤਾ ਹੈ। ਇਹ ਗੱਲ ਸਮਝਾਉਂਦੇ ਵੀ ਨੇ, ਭਲਿਆ ਇਹ ਕੁਸੁੰਬੇ ਦਾ ਫੁੱਲ ਹੈ, ਇਹਨੂੰ ਇਸਦੇ ਸ਼ੋਖੇ ਰੰਗ ਨੂੰ ਦੇਖ ਕੇ ਅਸਲ ਵਿੱਚ ਇਹਨੂੰ ਅਸਲ ਨਾ ਸਮਝ ਬੈਠੀ। ਇਹਦਾ ਰੰਗ ਥੋੜਾ ਹੈ, ਇਹ 4 ਦਿਨ ਦਾ ਰੰਗ ਉਤਰ ਜਾਏਗਾ। ਭਲਿਆ ਇਸ ਰੰਗ ਦਾ ਮੁੱਲ ਵੀ ਕੁਛ ਨਹੀਂ, ਰੱਬ ਦੀ ਦਰਗਾਹ ਵਿੱਚ ਇਹਦਾ ਮੁੱਲ ਵੀ 0 ਹੈ। ਇਹ ਗੱਲ ਸਮਝਾਉਂਦੇ ਰਹੇ ਗੁਰੂ ਪਾਤਸ਼ਾਹ। ਗੁਰਬਾਣੀ ਅੰਦਰ ਸ਼੍ਰੀ ਰਾਗ ਵਿੱਚ ਬਚਨ ਆਉਂਦਾ ਹੈ, ਮਨਮੁਖ ਨਾਮ ਵਿਹੂਣਿਆ, ਰੰਗ ਕੁਸੁੰਭਾ ਦੇਖ ਨਾ ਭੂਲ, ਇਸਕਾ ਰੰਗ ਦਿਨ ਥੋੜਿਆ, ਛੋਛਾ ਇਸਦਾ ਮੂਲ। ਇਹਦਾ ਮੁੱਲ ਵੀ ਛੋਛਾ ਹੈ, ਛੋਛਾ ਇਸਦਾ ਮੁੱਲ। ਭੁੱਲ ਵੀ ਇਹ ਨਾ ਕਰ, ਕਿਉਂਕਿ ਇਹਦਾ ਮੁੱਲ ਬੜਾ ਛੋਟਾ ਹੈ, ਇਹਦੀ ਕੀਮਤ ਕੋਈ ਨਹੀਂ। ਇਸੇ ਗੱਲ ਨੂੰ ਟੋਡੀ ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਦੱਸਦੇ ਨੇ, ਭਲੇ ਦੇਖ ਮਾਈ ਮਾਇਆ ਛਲ,
तृण की अगन मेघ की छाया, गोविंद भजन बिन हड़ का जल। आ गया हड़ दा पानी खेती ਨੂੰ ਛਾੜ ਗਿਆ। ਬਸ ਰਿਧੀਆਂ ਸਿੱਧੀਆਂ ਦੀਆਂ ਤਾਕਤਾਂ ਹੜ ਕੇ ਪਾਣੀ ਦੀ ਵਾਂਗ ਆਉਂਦੀਆਂ ਨੇ, ਪਰ ਤੇਰੀ ਅੰਦਰਲੀ ਫਿਸਲ ਦੀ ਰੱਬੀ ਨਾਮ ਦੀ ਖੇਤੀ ਨੂੰ ਸਾੜ ਜਾਂਦੀਆਂ ਹਨ। ਖਿਆਲ ਕਰੀ, ਤ੍ਰਿਣ ਕੀ ਅਗਨ, ਤੀਲਿਆਂ ਦੀ ਅੱਗ ਬਹੁਤਾ ਦੇਰ ਨਹੀਂ ਚੱਲਦੀ। ਤੀਲਿਆਂ ਦੀ ਅੱਗ ਬਾਲੋ, ਬਸ ਜਲਦੀ ਹੀ ਬੁਝ ਜਾਂਦੀ ਹੈ। ਬੱਦਲਾਂ ਦੀ ਛਾਂ ਵਿੱਚ ਸਦਾ ਚਿਰ ਨਹੀਂ ਰਹਿੰਦੀ। ਬੱਦਲਾਂ ਦੀ ਛਾਂ ਤੇ ਕੋਈ ਵਿਸ਼ਵਾਸ ਕਰ ਲਵੇ ਤੇ ਜਾ ਕੇ ਖੜਾ ਹੋ ਜਾਏ ਤੇ ਉਹ ਧੁੱਪ ਤੋਂ ਨਹੀਂ ਬਚ ਸਕਦਾ, ਕਿਉਂਕਿ ਬੱਦਲਾਂ ਦੀ ਛਾਂ ਆਉਂਦੀ ਜਾਂਦੀ ਹੈ ਤੇ ਚਲੀ ਗਈ। ਮਾਈ ਮਾਇਆ ਛਲ, ਕਿੰਨੀਆਂ ਉਦਾਹਰਨਾਂ ਗੁਰੂ ਪਾਤਸ਼ਾਹ ਜੀ ਨੇ ਦਿੱਤੀਆਂ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਹੜ ਕਾ ਜਲ। ਵਾਹਿਗੁਰੂ ਦੀ ਬੰਦਗੀ ਤੋਂ ਬਿਨਾ ਰਿਧੀਆਂ ਸਿੱਧੀਆਂ ਦੀਆਂ ਤਾਕਤਾਂ ਤਾਂ ਅੱਗ ਵਰਗੀਆਂ ਹਨ, ਜੋ ਤ੍ਰਿਣਾਂ ਦੀ ਅੱਗ ਹੈ, ਜੋ ਬੱਦਲਾਂ ਦਾ ਛਾਂ ਹੈ। ਭਲਿਓ ਜੇ ਬੱਦਲਾਂ ਦੀ ਛਾਂ ਨੂੰ ਕੋਈ ਅਸਲੀਅਤ ਸਮਝ ਕੇ ਆਪਣਾ ਥੱਲੇ ਹੀ ਸੌ ਜਾਏ ਤੇ ਉਹ ਗਰਮੀ ਤੋਂ ਨਹੀਂ ਬਚ ਸਕਦਾ, ਕਿਉਂਕਿ ਬੱਦਲਾਂ ਦੀ ਛਾਂ ਇੱਕ ਥਾਂ ਟਿਕਦੀ ਨਹੀਂ। ਜਿਵੇਂ ਦਰਖਤਾਂ ਦੀ ਛਾਂ ਇੱਕ ਥਾਂ ਖੜੀ ਨਹੀਂ ਹੁੰਦੀ, ਇਸ ਤਰ੍ਹਾਂ ਬੱਦਲ ਦੀ ਛਾਂ ਵੀ ਇੱਕ ਥਾਂ ਖੜੀ ਨਹੀਂ ਹੁੰਦੀ। ਹਾਂ, ਦਰਖਤ ਦੀ ਛਾਂ ਤਾਂ ਫਿਰ 2 ਘੰਟਾ ਕੱਢਦੀ ਹੈ, ਲੇਕਿਨ ਬੱਦਲ ਦੀ ਛਾਂ ਤਾਂ ਇੱਕ ਖਿਣ ਵਿੱਚ ਆਪਣਾ ਰੂਪ ਬਦਲ ਲੈਂਦੀ ਹੈ। ਭਲੇ ਇਹ ਜਿਹੜੀਆਂ ਸਿੱਧੀਆਂ ਦੀ ਤਾਕਤ ਇਹੋ ਹੀ ਹੈ। ਜਿਵੇਂ ਸਰਪ੍ਰੀ ਤੇ ਉੱਪਰ ਨਹੀਂ ਬਲਿਆ, ਇਹ ਤਾਂ ਇਹੋ ਜਿਹੀ ਹੈ। ਜਿਨ ਬ੍ਰਹਮਾ ਵਿਸ਼ਨੂੰ ਮਹਾਦੇਵ ਛਲਿਆ, ਜਿਹਨੇ ਸਾਰਿਆਂ ਨੂੰ ਛਲ ਲਿਆ। ਇੱਥੇ ਆ ਕੇ ਸਭ ਖੜੇ ਹੋ ਗਏ, ਇਸ ਤੋਂ ਅੱਗੇ ਨਾ ਤੁਰ ਸਕੇ। ਪਰ ਜੀਵ ਮਾਇਆ ਮਗਰ ਲੱਗ ਕੇ ਤੁਰਦਾ ਗਿਆ। ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਕਿਤੇ ਵਾਪਸ ਨਾ ਪਰਤ ਜਾਵੇ, ਇਸ ਲਈ ਮਾਇਆ ਨੇ ਸਮਝਾਇਆ ਕਿ ਤੂੰ ਇਸ ਉਪਦੇਸ਼ ਨੂੰ ਜ਼ਿੰਦਗੀ ਵਿੱਚੋਂ ਕੱਢ ਦੇ। ਨੇ ਹੁਣ ਇਹ ਆਪਣਾ ਜ਼ੋਰ ਪਾਉਣਾ ਸ਼ੁਰੂ ਕੀਤਾ, ਛੱਡ ਇਹ ਗੱਲਾਂ, ਇਹ ਤਾਂ ਵਿਹਲਿਆਂ ਦਾ ਕੰਮ ਹੈ। ਤਾਂ ਇਹ ਤਾਂ ਕਹਿ ਦਿੰਦੇ ਨੇ ਸੰਗਤ ਵੀ ਜਾਣ ਵਾਲੇ ਵਿਹਲੜ ਹਨ। ਗੁਰੂ ਸਾਹਿਬ ਦੇ ਦਰਬਾਰ ਵਿੱਚ ਵੀ ਆਏ ਸੀ ਜਿਨ੍ਹਾਂ ਨੇ ਆ ਕੇ ਕਿਹਾ ਸਿੱਖ ਤਾਂ ਵਿਹਲੜ ਨੇ, ਰੋਟੀਆਂ ਖਾਣ ਲਈ ਇੱਥੇ ਆ ਕੇ ਸੰਗਤ ਤੇ ਜੁੜਦੇ ਨੇ। ਉਹਨਾਂ ਨੇ ਵੀ ਆ ਕੇ ਪੰਡਤਾਂ ਨੇ ਵੀ ਇਹ ਗੱਲ ਕਹੀ ਸੀ, ਪਰ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ ਸੀ, ਵੇਖ ਇਹ ਹੁਣ ਮਾਇਆ ਗੱਲਾਂ ਕਰਦੀ ਹੈ, ਕਹਿੰਦੀ ਛੱਡ, ਕੀ ਲੈਣਾ ਇਹਦੇ ਵਿੱਚੋਂ ਵਾਹਿਗੁਰੂ ਕਹਿ ਕੇ, ਕੀ ਲੈਣਾ ਨਿਤਨੇਮ ਦਾ ਪਾਠ ਕਰਕੇ, ਰੱਖਿਆ ਕੀ ਇਹਦੇ 'ਚ, ਮਨ ਸਾਫ਼ ਹੋਣਾ ਚਾਹੀਦਾ ਹੈ। ਇਹ ਕੱਢ ਦੇ ਜ਼ਿੰਦਗੀ ਚੋਂ। ਵੇਖ ਤੈਨੂੰ ਮੇਰੀ ਗੋਦ ਵਿੱਚੋਂ ਕਿੱਧਰ ਚੁੱਕ ਲਿਆ ਸੀ। ਮਾਇਆ ਕਹਿੰਦੀ ਹੈ ਨਾ ਤੇ ਤੈਨੂੰ ਮੇਰੀ ਗੋਦ 'ਚ ਚੁੱਕ ਲਿਆ ਸੀ, ਪਰ ਗੁਰੂ ਨੂੰ ਹੁਣ ਤਾਂ ਇਹ ਮਾਇਆ ਫਿਰ ਗੁਰੂ ਨੂੰ ਹੀ ਘਰੋਂ ਕੱਢ ਦੇਣ ਲਈ ਆਪਣਾ ਵੱਖਰਾ ਰੰਗ ਦਿਖਾਉਂਦੀ ਹੈ ਤੇ ਮਨੁੱਖ ਗੁਰੂ ਦਾ ਸ਼ਰੀਕ ਬਣ ਕੇ ਡੇਰਾ ਬਣਾ ਕੇ ਬੈਠ ਜਾਂਦਾ ਹੈ। ਇਹ ਮਾਇਆ ਦਾ ਰੂਪ ਹੈ, ਜਦੋਂ ਗੁਰੂ ਦਾ ਸ਼ਰੀਕ ਬਣ ਕੇ ਆਪਣਾ ਡੇਰਾ ਵੱਖਰਾ ਬਣਾ ਕੇ ਬੈਠ ਗਿਆ। ਬਾਕੀ ਸਭ ਗੱਲਾਂ ਗੁਰੂ ਦੀਆਂ ਪ੍ਰਵਾਨ ਕਰਦਾ, ਹਾਂਜੀ ਸਮਝਾਉਂਦਾ ਵੀ ਹੈ, ਪਰ ਅੰਦਰ ਜੀਵਾਂ ਨੂੰ ਫਸਾਉਣ ਲਈ ਜਾਲ ਵੀ ਗੁਰੂ ਦਾ ਹੀ ਵਿਛਾਉਂਦਾ ਹੈ, ਪ੍ਰਕਾਸ਼ ਵੀ ਗੁਰੂ ਗ੍ਰੰਥ ਸਾਹਿਬ ਦਾ ਹੀ ਕਰਦਾ ਹੈ ਜੀਵਾਂ ਨੂੰ ਫਸਾਉਣ ਦੇ ਲਈ। ਪਰ ਡੇਰੇ ਤੇ ਗੁਰੂ ਆਪ ਬਣ ਬੈਠਦਾ ਹੈ। ਫਿਰ ਰੁਕਾਵਟਾਂ ਖੜੀਆਂ ਹੋ ਗਈਆਂ। ਅਜਿਹੀ ਅਵਸਥਾ ਵਿੱਚੋਂ ਅਨੇਕਾਂ ਹੀ ਗੁਰੂ ਬਣ ਬੈਠੇ, ਅਨੇਕਾਂ ਹੀ ਡੇਰੇ ਹੋਂਦ ਵਿੱਚ ਆ ਗਏ। ਇਹੋ ਹੀ ਕਾਰਨ ਹੈ ਕਿ ਡੇਰਿਆਂ ਦਾ ਹੋਂਦ ਵਿੱਚ ਆ ਜਾਣਾ, ਗੁਰੂ ਦੇ ਸ਼ਰੀਕ ਬਣ ਕੇ ਬੈਠ ਜਾਣਾ। ਪਿਆਰਿਓ, ਮਾਇਆ ਦਾ ਰੂਪ ਬੜਾ ਖਤਰਨਾਕ ਹੈ। ਜਿਹੜਾ ਜੀਵ ਇਸ ਭਿਆਨਕ ਮੋੜ ਤੋਂ ਸਤਿਗੁਰੂ ਜੀ ਦੀ ਅਗਵਾਈ ਵਿੱਚ ਚੱਲ ਕੇ ਆਪਣਾ ਮਾਰਗ ਅਪਣਾਈ ਰੱਖਦਾ ਹੈ, ਹੁਣ ਉਸ ਉੱਤੇ ਮਾਇਆ ਇਹ ਰੂਪ ਅਸਰ ਨਹੀਂ ਕਰਦਾ, ਇਹ ਰੁਕਾਵਟ ਖੜੀ ਨਹੀਂ ਹੁੰਦੀ। ਜਿਹੜੇ ਜੀਵ ਆਪਣੀ ਅਵਸਥਾ ਵਿੱਚੋਂ ਸਾਬਤ ਗੁਜ਼ਰ ਗਏ, ਉਹਨਾਂ ਨੂੰ ਸਤਿਗੁਰੂ ਜੀ ਦੇ ਬਖਸ਼ਿਸ਼ ਦਾ ਹੱਥ ਰੱਖ ਕੇ ਅੱਗੇ ਨੂੰ ਤੋਰ ਦਿੱਤਾ। ਇਹ ਅਜਿਹਾ ਵਿਅਕਤੀ ਫਿਰ ਆਪਣੀ ਗੱਲ ਨਹੀਂ ਕਰਦਾ, ਸਗੋਂ ਆਪਣੇ ਪਿਆਰੇ ਦਾ, ਆਪਣੇ ਪ੍ਰੀਤਮ ਦਾ ਅੰਦਰੋਂ ਹਰ ਵੇਲੇ
शुकराना धन्नवाद उस दे अगे हथ जोड़ के बेनती तरला हर वेले इहो ही गल कहंदा है और कहंदा है पातशाह भगत कबीर जी वांगू समझाउंदा है कबीर आई मुझे पै अनक करे कर भेस हम राखे गुर अपने उनकी नो आदेश आई तो सी रुकावट तो खड़ी होने लगी सी पर मेरे मालिक ने मेरे प्रियतम ने मेरे गुरु ने हथ दे के इथों रख लिया है असी हुई तो बेनती करदा है ਜਿਹੜੀ ਮਾਇਆ ਨੇ ਤਪੀਸਰਾ ਨੂੰ ਭੁਲਾ ਦਿੱਤਾ ਪੰਡਤਾਂ ਨੂੰ ਮੋਹ ਲਿਆ ਤਿੰਨਾਂ ਲੋਕਾਂ ਵਿੱਚ ਆਪਣਾ ਰੋਬ ਚਲਾ ਲਿਆ ਪਰ ਜਦੋਂ ਸਤਿਗੁਰੂ ਦੇ ਸੱਚ ਦੇ ਭਰੋਸਾ ਹੋ ਜਾਏ ਸਤਿਗੁਰੂ ਨੂੰ ਹੱਥ ਦਾ ਦੇ ਕੇ ਅੱਗੇ ਨੂੰ ਤੋਰ ਦਿੰਦਾ ਹੈ ਤਪ ਕਰਤੇ ਤਪਸੀ ਭੁਲਾਏ ਫਿਰ ਗੁਰੂ ਪਾਤਸ਼ਾਹ ਕਹਿੰਦੇ ਪੰਡਤ ਮੋਹੇ ਲੋਭ ਸਬਾਏ ਤ੍ਰੈ ਗੁਣ ਮੋਹੇ ਮੋਹਿਆ ਆਕਾਸ਼ ਪਰ हम सतगुर राखे देकर हाथ इत्थे गुरु ने बचा लिया गुरु ने हथ दे के रख लिया इहो जे लोग नहीं जिहड़े भगत जी वांगू कहंदे ने नाकों काटी कानों काटी काट कूट कै डारी कहो कबीर संतन की बैरन तीन लोग की प्यारी जिहड़ा शब्द है नट्टी को ठन ठन बाडाडू उसकी गल की है नाकों काटी कानों काटी काट कूट के डारी कहो कबीर संतन की बैरन तीन लोग की प्यारी ये रस्ता विख मार्ग विच गुरु ने मार्गदर्शन किया गुरु ने मार्गदर्शन करके अगे नूं तोर लिया गुरु किरपा दा पात्र बन के रहन वाले दी सुरत शब्द विचों नहीं विछड़दी ख्याल करना गल इहो ही समझने वाली है ਜਿਹੜਾ ਨਾਲ ਗੁਰੂ ਦੀ ਅੱਗੇ ਜੁਦੜੀਆਂ ਬੇਨਤੀਆਂ ਮਿੰਤਾਂ ਤਰਲੇ ਗੁਰੂ ਦੀ ਅਗਵਾਈ ਲੈ ਕੇ ਤੁਰਦਾ ਹੈ ਉਹਦੀ ਸੁਰਤ ਸ਼ਬਦ ਨੂੰ ਛੱਡਦੀ ਨਹੀਂ ਨਾ ਹੀ ਉਹ ਖੜੀ ਹੁੰਦੀ ਹੈ ਇੱਕ ਵੱਖਰੀ ਵਿਚਾਰ ਹੈ ਜੇ ਆਪਾਂ ਗੱਲ ਕਰੀਏ ਕਿ ਗੁਰੂ ਦੀ ਬਖਸ਼ਿਸ਼ ਰੂਪੀ ਬੇੜੀ 'ਚ ਬੈਠ ਕੇ ਆਉਣ ਵਾਲੇ ਨੂੰ ਗੁਰੂ ਜੀ ਫਿਰ ਕਿਸ ਤਰ੍ਹਾਂ ਮਾਰਗ ਤੇ ਪਾ ਕੇ ਸੰਖੇਪ ਜੀ ਗੱਲ ਕਰਾਂ कि गुरु दा पात्र बन के गुरु दी अंसारी बन के हुक्मी बंदा बन के गुरु दियां अगे हथ जोड़ के गुरु अगे बेनतियां मिन्नतां करके गुरु अगे अरदासां करके तरले करके जिहड़ा शब्द ते सुरत दा मेल बनाई रखदा है वो इस मार्ग तो बच जांदा है ते फिर इहो ही गल कहंदी है गुरु पातशाह दे अगे होई तरले करदा भूले को गुरमार्ग पाया अवर त्याग हर भक्ति लाया हे मेरे मालिक तू ही मैनू इस मार्ग पे तोड़िया है तू ही मैनू भुल्ले नूं इस मार्ग पे ला दिता है फिर दूसरा रूप है हौमे का आप पहला भी विचार थोड़ियां जिहियां कर चुके हाँ लेकिन संखेप विच इस अवस्था के उत्ते आके हौमे की करती है एक सूक्ष्म रूप है लुकिया छुपिया रूप है जीव नूं रस आउण लग पैंदा है पर यह रस पहचानना बहुत जरूरी है क्योंकि इत्थे संसारिक वडियाई मिलने करके पता भी नहीं लगता कि कदों ये रस हौमे दे रस भी तब्दील हो जाएगा ये जरूरी चीज है रस आउंदा है इत्थे आके ख्याल रखने की लोड़ है उस रस नूं किते हौमे दे रस भी तब्दील ना होण देईए ये बड़ी जरूरी चीज है अध्यात्मक वाद दे विच समझण लई दो चीज़ां आउंदियां जिथे आके इंसान दिखता है पर यह जरूरी चीज है कि संसारिक वडियाई मिलने करके पता भी नहीं लगता कि कदों ये रस हौमे दे रस में तब्दील हो गया संसारिक वडियाई उपमा जो प्यारी लगती है ना कई बारी गुरु की सिक्ख्या नूं छुपा के संसार नूं खुश करन लई मनुख अजिहा कुछ कर लैंदा है जिहड़ा निरंकार दे देश दा निरंकार रस्ता नहीं है निरंकार दे देश का रिश्ता नहीं है संसार नूं खुश करन लई निरंकार दी गल्लां नूं छुपा लिया फिर हौली हौली जदों एक बारी छुपा लिया फिर आदत इन्नी पक्की हो जाती है कि गुरु जी की सिक्ख्या तक किते पासे ही हो गई अपनी पूजा करवाउण लई बंदा फिर बैठ गया इन्नी आदत पक्की हो जाती है
पर हरि दा वासा मन तन विच होण करके सारे जदों जयकार करते हैं, समझ लेना इस मार्ग ते जिहड़ा इस नूं भी पार कर जावे, इस होमे दी दीवार नूं, सूक्ष्म दीवार नूं भी तोड़ देवे, गंभीरी तो पतले उस पतले जो खंभ है ਉਹਨੂੰ ਵੀ ਛੱਡ ਦੇਵੇ, ਉਹਨੂੰ ਹਟਾ ਦੇਵੇ, ਤਾਂ ਫਿਰ ਇੱਥੇ ਅਵਸਥਾ ਹੈ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ, ਹੋਂ ਕੁਰਬਾਨ ਜਾਈ ਤੇਰੇ ਨਾਮੈ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਫਿਰ ਬੰਦਾ ਕਹਿੰਦਾ ਹੈ ਤੁਧੇ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਇਹ ਹੈ ਅਸਲੀ ਜੀਵਨ ਦਾ ਅਸਲੀ ਮਾਰਗ, ਜੀਵਨ ਦਾ ਅਸਲੀ ਮਾਰਗ। ਇੱਥੇ ਹਉਮੈ ਨਹੀਂ ਨਿਕਲਦੀ, ਇੱਥੇ ਹੋਈ ਕਹਿਣਾ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ, ਕੋਈ ਨਾਉ ਨਾ ਜਾਣੇ ਮੇਰਾ। ਇਹ ਹੈ ਅਸਲੀ ਤਰਲਾ, ਉਸ ਮਾਲਕ ਦੇ ਅੱਗੇ ਤਰਲਾ ਕਰਦੇ ਰਹਿਣਾ ਪਵੇਗਾ। ਜਦੋਂ ਗੁਰੂ ਦੀ ਬਖਸ਼ਿਸ਼ ਨਾਲ ਇਸ ਯਾਤਰਾ ਵਿੱਚੋਂ, ਇਸ ਮੋੜ ਵਿੱਚੋਂ ਜੀਵ ਨਿਕਲਦਾ ਹੈ, ਤਾਂ ਫਿਰ ਅਗਲਾ ਰਸਤਾ ਸੌਖਾ ਹੋ ਜਾਂਦਾ, ਸੁਖੈਨ ਹੋ ਜਾਂਦਾ ਹੈ। ਇੱਥੋਂ ਤੱਕ ਮਾਇਆ ਅਤੇ ਹਉਮੈ ਪਿੱਛਾ ਕਰਦੀ ਹੈ, ਇਸ ਤੋਂ ਅੱਗੇ ਨਹੀਂ। ਬਾਕੀ ਵਿਕਾਰ ਤਾਂ ਪਹਿਲਾਂ ਖਤਮ ਹੋ ਜਾਂਦੇ ਨੇ, ਪਰ ਇਹ ਦੋਵੇਂ ਬਹੁਤ ਦੂਰ ਤੱਕ ਜੀਵ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਕਿਤੇ ਤਾਂ ਜੀਵ ਡਿੱਗੇ ਆਪਣੇ ਮਾਰਗ ਤੋਂ, ਕਿਤੇ ਡਿੱਗ ਪਵੇ, ਕਿਤੇ ਤਾਂ ਡਿੱਗ ਪਵੇ। ਅਜਿਹੇ ਸਮੇਂ ਵਿੱਚ ਹੀ, ਅਜਿਹੀ ਅਵਸਥਾ ਵਿੱਚ ਹੀ ਸੱਚਮੁੱਚ ਹੀ ਸਤਿਗੁਰ ਜੀ ਦੀ ਅਗਵਾਈ ਦੀ ਲੋੜ ਪੈਂਦੀ ਹੈ। ਬਿਨਾਂ ਸਤਿਗੁਰ ਜੀ ਦੀ ਅਗਵਾਈ ਤੋਂ ਇਹ ਗੱਲ ਬਣ ਨਹੀਂ ਸਕਦੀ, ਕਿਉਂਕਿ ਸਤਿਗੁਰ ਮੇਰਾ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਆ ਕਮਾਲ ਦੀਆਂ ਗੱਲਾਂ ਲਿਖੀਆਂ ਹਨ। ਨਾਰਾਇਣ ਨਰਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਉਹ ਤਾਂ ਮੇਰਾ ਸਤਿਗੁਰੂ ਹੈ ਜੋ ਤਾਰ ਲੈਂਦਾ ਹੈ, ਉਹ ਮੇਰੇ ਸਤਿਗੁਰ ਹੈ ਜਿਸਨੇ ਤਾਰ ਲੈਣਾ ਹੈ, ਉਹ ਮੇਰੇ ਸਤਿਗੁਰ ਹੈ ਜਿਸਨੇ ਪਾਰ ਉਤਾਰਾ ਕਰ ਦੇਣਾ, ਉਹ ਮੇਰਾ ਸਤਿਗੁਰ ਹੈ ਜਿਹੜਾ ਛੁਡਾ ਲੈਂਦਾ ਹੈ। ਫਿਰ ਜਦੋਂ ਆਪੇ ਦੀ ਪਛਾਣ ਹੋ ਗਈ, ਜਦੋਂ ਇਸ ਬੰਧਨਾਂ ਦੇ ਮਾਇਆ ਦੇ ਤੇ ਹਉਮੈ ਤੋਂ ਬੰਦਾ ਅੱਗੇ ਨੂੰ ਤੁਰ ਪਿਆ, ਫਿਰ ਸਾਰੇ ਮਨੁੱਖ ਦੇ ਦਾਅਵੇ ਹੀ ਮੁੱਕ ਜਾਂਦੇ ਹਨ, ਸਾਰੇ ਦਾਅਵੇ ਟੁੱਟ ਜਾਂਦੇ ਹਨ। ਮਨੁੱਖ ਨੂੰ ਆਪਣੇ ਅਵਗੁਣ ਵੀ ਨਜ਼ਰ ਆਉਣ ਲੱਗ ਪੈਂਦੇ ਹਨ। ਹੁਣ ਆਪਣੇ ਅਵਗੁਣਾਂ ਵੱਲ ਦੇਖ ਕੇ, ਆਪਣੇ ਗਲਤੀਆਂ ਲਈ ਫਿਰ ਬੰਦਾ ਇਲਾਹੀ ਵਾਹਿਗੁਰੂ ਪਿਆਰੇ ਦੇ ਚਰਨਾਂ 'ਚ ਬੇਨਤੀਆਂ ਕਰਦਾ ਹੈ। ਇਹੋ ਹੀ ਤਾਂ ਸਾਰੀ ਕਹਾਣੀ। ਜਦ ਮਨੁੱਖ ਨੂੰ ਦੂਜਿਆਂ ਦੇ ਅਵਗੁਣ ਨਜ਼ਰ ਆਉਂਦੇ ਨੇ, ਆਪਣੇ ਗੁਣ ਨਜ਼ਰ ਆਉਂਦੇ ਹਨ। ਮਨੁੱਖ ਨੂੰ ਦੂਜਿਆਂ ਦੇ ਗੁਣ ਨਜ਼ਰ ਨਹੀਂ ਆਉਂਦੇ ਤੇ ਆਪਣੇ ਅਵਗੁਣ ਨਜ਼ਰ ਨਹੀਂ ਆਉਂਦੇ। ਪਰ ਇਹ ਪਹਿਚਾਣ ਹੈ ਜਿਹੜੇ ਇਸ ਮਾਰਗ ਤੇ ਚੱਲਦਿਆਂ ਫਿਰ ਹੋ ਜਾਂਦੀ ਹੈ, ਜਿੱਥੇ ਫਿਰ ਦੂਜਿਆਂ ਦੇ ਗੁਣ ਵੀ ਨਜ਼ਰ ਆਉਂਦੇ ਨੇ, ਆਪਣੇ ਅਵਗੁਣ ਵੀ ਨਜ਼ਰ ਆਉਂਦੇ ਨੇ। ਅਰਦਾਸ ਤਾਂ ਪਹਿਲਾਂ ਵੀ ਕਈ ਵਾਰੀ ਕਰਦਾ ਸੀ, ਪਰ ਪਹਿਲਾਂ ਅਰਦਾਸ ਜ਼ੁਬਾਨ ਤੋਂ ਕਰਦਾ ਸੀ। ਪਹਿਲਾਂ ਅਰਦਾਸ ਜ਼ੁਬਾਨ ਤੱਕ ਹੀ ਸੀਮਤ ਸੀ, ਹਿਰਦੇ ਨਾਲ ਭਿੱਜ ਕੇ ਕਦੇ ਜੁਦੜੀ ਨਹੀਂ ਸੀ ਕਰਦਾ। ਪਰ ਹੁਣ ਆਪਣੇ ਅਵਗੁਣਾਂ ਨੂੰ ਦੇਖ ਨਿਮਰਤਾ ਭਾਵ ਪੈਦਾ ਹੋ ਗਿਆ ਹੈ। ਇੰਨੇ ਗੁਨਾਹ ਹੈ, ਇੰਨੀਆਂ ਖੁਨਾਮੀਆਂ, ਇੰਨੇ ਛੇਕ, ਮੇਰੇ 'ਚ ਇੰਨੇ ਛੇਕ। ਬੰਸਰੀ ਕਦੀ ਵੱਜਦੀ ਹੋਈ ਦੇਖੀਏ, ਤੂੰਬੀ ਨੂੰ ਵੱਜਦੇ ਹੋਏ ਤਾਰਾਂ ਕਿੰਨੀਆਂ ਸੋਹਣੀਆਂ ਆਵਾਜ਼ ਤੂੰਬੀ ਕੱਢਦੀ ਹੈ। ਤੂੰਬੀ ਦੀ ਆਵਾਜ਼ ਦੇ ਨਾਲ ਇਨਸਾਨ ਮੋਹਿਆ ਜਾਂਦਾ ਹੈ। ਉਸ ਪਿਆਰੀ ਮਿੱਠੀ ਆਵਾਜ਼ ਨੂੰ ਦੇਖ ਕੇ ਮਨ ਖਿੱਚ ਲੈਂਦਾ ਹੈ। ਪਰ ਉਸੇ ਤੂੰਬੀ ਵਿੱਚ ਕਿਤੇ ਛੋਟਾ ਜਿਹਾ ਰਤਾ ਭਰ ਵੀ ਛੇਕ ਹੋ ਜਾਏ ਤਾਂ ਉਹ ਬੇਸੁਰੀ ਆਵਾਜ਼ ਕੱਢਣੀ ਸ਼ੁਰੂ ਕਰ ਦਿੰਦੀ ਹੈ। ਇਹੋ ਹੀ ਤਾਂ ਖਿਆਲ ਹੈ। ਇਸ ਇਨਸਾਨ ਨੂੰ ਲੱਗਣ ਲੱਗ ਪੈਂਦਾ ਹੈ, ਸਮਝ ਆ ਜਾਂਦੀ ਹੈ, ਪਾਤਸ਼ਾਹ ਮੈਂ ਤਾਂ ਕੁਛ ਵੀ ਨਹੀਂ, हमरे अवगुण बहुत बहुत हैं, वो बार बार हर गंत ना,
दस मेरे छेक ही छेक ਹਨ। ਹੁਣ ਨਿਮਰਤਾ ਅੰਦਰ ਭਾਵ ਪੈਦਾ ਹੋ ਜਾਂਦਾ ਹੈ। ਇਹ ਅਵਸਥਾ ਹੈ ਬੜੀ ਪਿਆਰੀ। ਜਦੋਂ ਬੰਦੇ ਨੂੰ ਆਪਣੇ ਔਗਣ ਨਜ਼ਰ ਆਉਣ ਨਾ, ਅਵਸਥਾ ਬਹੁਤ ਪਿਆਰੀ ਹੈ। ਇੱਥੇ ਆ ਕੇ ਖੜੇ ਹੋ ਕੇ ਦੋ ਗੱਲਾਂ ਜੀ ਪ੍ਰਤੱਖ ਦੇਖਦਾ ਹੈ। ਉਹ ਕੀ, ਇੱਕ ਆਪਣੇ ਅਵਗਣ ਤੇ ਦੂਜੀ ਮੇਰੇ ਪਿਆਰੇ ਦੀ ਬਖਸ਼ਿਸ਼, ਰੱਬੀ ਬਖਸ਼ਿਸ਼ ਆ। ਇੱਥੇ ਦੋ ਗੱਲਾਂ ਦੀ ਮਨੁੱਖ ਨੂੰ ਸਮਝ ਆਉਂਦੀ ਹੈ। ਫਿਰ ਇੱਕ ਅਵਗਣਾਂ ਦੀ ਵੀ ਮੇਰੇ ਅਵਗਣ ਬਹੁਤ ਨੇ, ਤੇ ਦੂਜੇ ਮੇਰੇ ਪਿਆਰੇ ਦੀਆਂ ਬਖਸ਼ਿਸ਼ਾਂ ਬੜੀਆਂ ਨੇ। ਇੱਥੇ ਆ ਕੇ ਬੰਦੇ ਨੂੰ ਇਹ ਗੱਲ ਸਮਝ ਆਉਂਦੀ। ਯਾਤਰਾ ਦਾ ਇਹ ਪੜਾਅ ਹੈ। ਪਹਿਲਾਂ ਤਾਂ ਹਰ ਕਾਰਜ ਦਾ ਦਾਵਾ ਆਪ ਕਰਦਾ ਸੀ, ਮੈਂ ਕੀਤਾ, ਮੈਂ ਹੋਇਆ, ਮੇਰੇ ਤੋਂ ਬਿਨਾਂ ਹੋਣਾ ਨਹੀਂ ਸੀ। ਸਿਮਰਨ ਯਾਦ ਥੋੜੀ ਕਰਦਾ ਸੀ, ਲੇਕਿਨ ਦਾਅਵੇ ਬੜੇ ਕਰਦਾ ਸੀ। ਬੋਲੋ ਜੀ, ਸਾਡੇ ਵਰਗਾ ਕੌਣ ਹੈ? ਅਸੀਂ ਤਾਂ ਬੜੇ ਨਿਤਨੇਮੀ ਆ, ਸਾਡੀ ਵਰਗੀ ਜ਼ਿੰਦਗੀ ਕਹਿੰਦੇ ਜੀਣੀ, ਅਸੀਂ ਤਾਂ ਬੜੇ ਪਿਆਰੇ ਪ੍ਰੇਮੀ ਹਾਂ। ਪਹਿਲਾਂ ਦਾਅਵੇ ਬੜੇ ਕਰਦਾ ਸੀ। ਕਰਦਾ ਘੱਟ ਸੀ ਤੇ ਦਾਵਾ ਜ਼ਿਆਦਾ ਕਰਦਾ ਸੀ। ਪਰ ਉਹ ਅਵਸਥਾ ਸੀ ਜਿਹੜੀ ਗੁਰੂ ਪਾਤਸ਼ਾਹ ਨੇ ਟੋਡੀ ਰਾਗ ਵਿੱਚ ਜ਼ਿਕਰ ਕੀਤਾ ਸੀ। ਸੇਵਾ ਥੋੜੀ, ਸੂਹੀ ਰਾਗ ਵਿੱਚ ਜ਼ਿਕਰ ਕੀਤਾ, ਸੇਵਾ ਥੋੜੀ ਮੰਗਣ ਬਹੁਤਾ, ਨੈਲ ਨਾ ਪਾਵੇ ਕਹ ਤੋ ਬਹੁਤਾ। ਪਹਿਲਾਂ ਇਸ ਅਵਸਥਾ ਤੇ ਸੀ, ਮੰਗਣ ਜ਼ਿਆਦਾ, ਸੇਵਾ ਥੋੜੀ। ਪਰ ਹੁਣ ਇਸ ਅਵਸਥਾ ਆਪਣੀਆਂ ਕਮਜ਼ੋਰੀਆਂ, ਆਪਣੀਆਂ ਖੁਦਾਮੀਆਂ ਦੇ ਮੁਕਾਬਲੇ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਨੂੰ ਹਿਰਦੇ ਦੇ ਵਿੱਚ ਤਰਾਜੂ ਵਿੱਚ, ਤੱਕੜੀ ਵਿੱਚ ਪਾ ਕੇ ਤੋਲਦਾ ਹੈ। ਉਹ ਭਲਿਆ ਮੇਰਾ ਸ਼ਾਬਾ ਤਾਂ ਬਹੁਤ ਨੀਵਾ ਹੈ ਉਗੜਾ ਵਾਲਾ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਤਾਂ ਇੰਨੀਆਂ ਜ਼ਿਆਦਾ ਨੇ, ਮੈਂ ਤਾਂ ਮੇਰਾ ਤਾਂ ਭਾਰ ਹੀ ਬੜਾ ਜ਼ਿਆਦਾ ਹੈ। ਉਗਣਾ ਦਾ ਭਾਰ ਇੰਨਾ ਜਿਹੜਾ ਤੋਲਿਆ ਨਹੀਂ ਜਾ ਸਕਦਾ। ਸਗੋਂ ਅਰਦਾਸਾਂ ਕਰਦਾ, ਤੋਲਦਾ, ਅਰਦਾਸਾਂ ਕਰਦਾ ਵਾਹਿਗੁਰੂ ਦੇ ਅੱਗੇ। ਅਰਦਾਸਾਂ ਹਨ, ਰਾਖੋ ਆਪਣੀ ਸ਼ਰਨ ਪ੍ਰਭ, ਮੋਹੇ ਕਿਰਪਾ ਧਾਰੇ, ਸੇਵਾ ਕਛੂ ਨਾ ਜਾਨੂ, ਨੀਚ ਮੁਰਖਾਰੇ, ਮਾਨ ਕਰੂੰ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਤੇ, ਤੁਮ ਬਖਸ਼ਨ ਹਾਰੇ। ਮਾਨ ਕਰੂੰ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਤੇ, ਤੁਮ ਬਖਸ਼ਨ ਹਾਰੇ। ਗੁਰੂ ਦੀ ਮੱਤ ਨੂੰ ਲੈ ਕੇ ਚਲਦਿਆਂ ਫਿਰ ਕਹਿੰਦਾ, ਆਪਣੇ ਗਰੀਵਾਨ ਮੈਂ ਸਿਰ ਨੀਵਾ ਕਰ ਵੇਖ, ਜੇ ਤੂੰ ਅਕਲ ਲਤੀਫ ਕਾਲਾ ਲਿਖ ਨਾ ਲੇਖ। ਸਿਆਣੀ ਅਕਲ ਵਾਲਾ ਤਾਂ ਖਿਆਲ ਕਰ, ਫਿਰ ਸਮਝ ਆ ਗਈ। ਸਿਰ ਨੀਵਾ ਕਰਕੇ ਦੇਖਣ ਦੀ ਜਾਚ ਆ ਗਈ। ਭਲਿਆ ਜੇ ਪੈਰ ਵੇਖਣੇ ਨੇ, ਕਦੀ ਸਿਰ ਉੱਚਾ ਕਰਕੇ ਪੈਰ ਵੇਖ ਸਕਦਾ ਹੈ? ਜੇ ਆਪਣੇ ਗੁਨਾਹ ਵੇਖਣੇ ਨੇ, ਇੱਕ ਸਕਿੰਟ ਜੀ, ਜੇ ਆਪਣੇ ਗੁਨਾਹ ਦੇਖਣੇ ਨੇ ਤੇ ਕਦੀ ਤੂੰ ਉੱਚਾ ਮੂੰਹ ਕਰਕੇ ਦੇਖ ਸਕਦਾ ਹੈ? ਕਦੀ ਵੀ ਨਹੀਂ। ਆਪਣੇ ਗੁਨਾਹ ਦੇਖਣ ਲਈ ਸਿਰ ਥੱਲੇ ਕਰਨਾ ਪਵੇਗਾ, ਆਪਣਾ ਸਿਰ ਝੁਕਾਉਣਾ ਪਵੇਗਾ, ਆਪਣੇ ਗੁਨਾਹ ਮੈਂ ਸਿਰ ਨੀਵਾ ਕਰ ਦੇਖਦੀ ਅਵਸਥਾ ਤੇ ਪਹੁੰਚਣਾ ਪਵੇਗਾ। ਗੁਰੂ ਜੀ ਸਾਨੂੰ ਸਮਝਾਉਂਦੇ ਨੇ। ਹੁਣ ਜੀਵ ਦੀ ਯਾਤਰਾ ਜਦੋਂ ਇਸ ਤਰ੍ਹਾਂ ਚੱਲਦੀ ਹੈ, ਸਿਰ ਨੀਵਾ ਕਰਕੇ ਵੇਖਣ ਦੀ ਜਾਚ ਆ ਜਾਂਦੀ ਹੈ, ਸਪਸ਼ਟ ਹੋ ਜਾਂਦਾ ਕਿ ਜੀਵ ਨਿਰੰਕਾਰ ਦੇ ਦਰਬਾਰ ਦੇ ਵਿੱਚ ਹੁਣ ਪਰਵਾਨਿਆ ਜਾਣਾ ਹੈ। ਨਿਰੰਕਾਰ ਦੇ ਦਰਬਾਰ ਦੇ ਉਹਦੇ ਮਾਰਗ ਠੀਕ ਚੱਲਦੇ ਹਨ। ਜਿਹੜਾ ਨਿਮਰਤਾ ਦਾ ਧਾਰਨੀ ਹੋ ਜਾਏ, ਜਿਹਦੀ ਜ਼ਬਾਨ ਤੋਂ ਪਿਆਰ ਦੇ ਬੋਲ ਨਿਕਲਦੇ ਹੋਣ, ਜਿਹਦੀ ਬੋਲਣੀ ਵਿੱਚ ਸੱਚ ਹੋਵੇ, ਜਿਹਦੀ ਤੱਕਣੀ ਵਿੱਚ ਸੱਚ ਹੋਵੇ, ਜਿਹਦੀ ਕਰਨੀ ਵਿੱਚ ਸੱਚ ਹੋਵੇ। ਹੁਣ ਤੱਕ ਦੀ ਉਹ ਲੜਾਈ ਜਿਹੜੀ ਸੀ ਵੀ ਮੈਂ ਬਹੁਤ ਸਿਆਣਾ ਹੈ, ਦੂਜੇ ਮੂਰਖ ਹਨ, ਮੈਂ ਆਪਣੇ ਆਪ ਨੂੰ ਜਾਣਨ ਵਾਲਾ, ਹੁਣ ਜਦੋਂ ਆਪਣੇ ਆਪ ਦੀ ਪਹਿਚਾਨ ਹੋ ਗਈ, ਆਪਣੇ ਗਰੀਵਾਨ ਮੈਂ ਸਿਰ ਨੀਵਾ ਕਰਕੇ ਦੇਖਣ ਦਾ ਸਮਝ ਆ ਗਈ, ਸਗੋਂ ਉੱਚੀ ਉੱਚੀ ਪੁਕਾਰ ਕੇ ਫਿਰ ਗੱਲਾਂ ਕਰਦਾ ਕਿ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਹੁਣ ਇਹ ਗੱਲਾਂ ਕਰਦਾ, ਸਭ ਤੇ ਹਮ ਬੁਰੇ,
ਸਾਰਿਆਂ ਤੋਂ ਅਸੀਂ ਮਾੜੇ ਆਪਣੀ ਇਸ ਅਵਸਥਾ ਤੇ ਪਹੁੰਚਿਆ ਹੋਇਆ ਬੁਰੇ ਕੋਈ ਵੀ ਨਹੀਂ। ਜਦੋਂ ਮਨੁੱਖ ਇਸ ਅਵਸਥਾ ਤੇ ਖੜਾ ਸੀ, ਜਦੋਂ ਪਹਿਲਾਂ ਨਿਮਰਤਾ ਭਲਾਈ ਇਸ ਤੋਂ ਕਈ ਕੋਹਾਂ ਮੀਲ ਦੂਰ ਖੜੀ ਸੀ, ਜਿਹੜਾ ਆਪਣੇ ਆਪ ਨੂੰ ਵੀ ਭਲਾ ਸਮਝਦਾ ਰਹਿੰਦਾ ਸੀ, ਅਸਲ ਵਿੱਚ ਹੁਣ ਉਹਦਾ ਮਨ ਚਰਨਾਂ ਦੀ ਧੂੜੀ ਬਣ ਜਾਂਦਾ ਹੈ। ਭਾਵ ਨਿਮਰਤਾ ਭਾਵ ਧਾਰਨ ਕਰ ਲੈਂਦਾ। ਉਹ ਫਿਰ ਕਹਿੰਦਾ ਹੈ, ਨਖ ਸਿਸਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ। ਭਾਈ ਗੁਰਦਾਸ ਜੀ ਦੇ ਕਵਿਤ ਨੂੰ ਇਉਂ ਗਾਉਂਦਾ ਹੈ, ਅਗਨ ਜਲਾਏ ਪੁਨ ਪੀਸਣ ਪਸਾਏ ਤਾਹੇ, ਲੈ ਉਡੇ ਹੋਏ ਅਗਨ ਪ੍ਰਕਾਰੀਏ। ਜਤ ਕਤ ਸਿੱਖ ਪਗ ਧਰੇ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ। ਤਹ ਪਦ ਪਾਦਕ ਚਰਨ ਲਿਵ ਲਾਗੀ ਰਹੇ, ਦਿਆ ਕੇ ਦਿਆਲ ਮੋਹ ਪਤਤ ਉਦਾਰੀਏ। ਮੋਹ ਪਤਤ ਉਦਾਰੀਏ, ਮੋਹ ਪਤਤ ਉਦਾਰੀਏ। ਇਹ ਜੀਵ ਦਾ ਤਰਲਾ ਹੈ। ਚਰਨ ਧੂੜੀ ਬਣ ਜਾਂਦੀ, ਇੰਨੀ ਨਿਮਰਤਾ ਆ ਜਾਂਦੀ, ਇੰਨਾ ਪਿਆਰ ਹੈ, ਇੰਨਾ ਸਤਿਕਾਰ ਹੈ। ਰੱਬੀ ਭਾਣਾ ਸਮਝ ਕੇ ਦੁਨਿਆਵੀ ਪ੍ਰੇਮ ਸਤਿਕਾਰ ਵਿੱਚ ਪੈ ਕੇ, ਜਿਹੜਾ ਦੁਨਿਆਵੀ ਪ੍ਰੇਮ ਸਤਿਕਾਰ ਸੀ ਉਹਦੇ ਚ ਭੁੱਲਣ ਦੀ ਥਾਂ ਤੇ ਹੁਣ ਪ੍ਰਭੂ ਦੇ ਸਿਮਰਨ ਵਿੱਚ ਜੁੜਿਆ, ਉਹਦੀ ਯਾਦ ਵਿੱਚ ਜੁੜਿਆ, ਉਸ ਦੀ ਬੰਦਗੀ ਵਿੱਚ ਜੁੜਿਆ। ਆਪਣੇ ਸਤਿਕਾਰ ਦਾ, ਆਪਣੇ ਅਦਬ ਦਾ, ਆਪਣੀ ਮੈਂ ਦਾ, ਆਪਣੀ ਵਡਿਆਈ ਦਾ ਕੁਛ ਵੀ ਚੇਤਾ ਨਾ ਰਿਹਾ, ਕੁਛ ਵੀ ਚੇਤਾ ਨਹੀਂ ਰਿਹਾ। ਹੁਣ ਇਹ ਕਹਾਣੀ ਖਤਮ ਹੋ ਗਈ, ਉਹਨੂੰ ਸਮਝ ਆ ਗਈ, ਆਪਸ ਕੋ ਜੋ ਭਲਾ ਕਹਾਵੇ, ਕਿਸੇ ਭਲਾਈ ਨਿਕਟ ਨਾ ਆਵੇ। ਸਮਝ ਆ ਗਈ, ਸਰਬ ਕੀ ਰੇਨ ਜਾਂ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਉਹਨੂੰ ਗੁਰੂ ਨਿਵਾਸ ਸੁਖਮਣੀ ਪੜ੍ਹਦਿਆਂ ਕੇਵਲ ਤੂਤਾ ਰਟਣੀ ਨਹੀਂ ਕੀਤੀ, ਕੇਵਲ ਸੁਖਮਣੀ ਦੇ 4 ਪਾਠ ਰੋਜ਼ ਨਹੀਂ ਕੀਤੇ। ਹੁਣ ਸੁਖਮਣੀ ਪੜ੍ਹਦੇ ਇਹ ਗੱਲ ਸਮਝ ਆ ਗਈ, ਜੇ ਕੋਈ ਆਪਣੀ ਸੋਭਾ ਲੋਰੇ, ਸਾਧ ਸੰਗ ਉਹ ਹੋਮੈ ਛੋਰੇ। ਜਦੋਂ ਸੰਗਤ ਹੋ ਗਈ, ਹੋਮੈ ਛੁੱਟ ਗਈ, ਫਿਰ ਸੋਭਾ ਦੀ ਵਿਰਧੀ ਕੰਮ ਹੀ ਖਤਮ ਹੋ ਗਿਆ। आपस को जो भला कहावै, तिसै भलाई निकट ना आवे, पर दूजे पासे सर्व की रेन ਜਾਂ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਗੱਲ ਅਸਲੀ ਸਮਝ ਆ ਗਈ ਕਿ ਸਾਈਂ ਦੇ ਦੁਆਰ ਦੇ ਖੜਾ ਹੋ ਕੇ ਢਹਿ ਪੈਂਦਾ ਹੈ, ਸਾਈਂ ਦੇ ਦਰ ਦੇ ਆ ਕੇ ਢਹਿੰਦਾ ਹੈ। ਇਹ ਢਹਿੰਦਾ ਕਹਿੰਦਾ ਕੀ ਹੈ, ਮੇਲ ਲਿਓ ਦਿਆਲ ਢਹਿ ਪੈ ਦਵਾਰਿਆ, ਰੱਖ ਲੇਵੋ ਦੀਨ ਦਿਆਲ ਪ੍ਰਭਤ ਬੋ ਹਾਰਿਆ। ਭਗਤ ਵਸ਼ਲ ਤੇਰਾ ਬਿਰਦ ਪਰ ਪਤਤ ਉਧਾਰਿਆ, ਤੁਝ ਬਿਨ ਨਾਹੀ ਕੋਈ ਫਿਰੋ ਮੋਹਿ ਸਾਰਿਆ। ਕਰ ਗਾ ਲਿਓ ਦਿਆਲ ਸਾਗਰ ਸੰਸਾਰਿਆ, ਕਰ ਗਾ ਲਿਓ ਦਿਆਲ ਸਾਗਰ ਸੰਸਾਰਿਆ। ਇੰਨੀਆਂ ਬੇਨਤੀਆਂ, ਇੰਨੇ ਤਰਲੇ, ਇੰਨਾ ਕੁਝ ਜਦੋਂ ਜੀਵ ਕਰਦਾ ਹੈ, ਫਿਰ ਇਹ ਸਾਈਂ ਦਾ ਇੱਕ ਸਮਝੋ ਪ੍ਰਤੱਖ ਕਰਿਸ਼ਮਾ ਹੈ, ਮੇਰੇ ਮਾਲਕ ਦੀ ਪ੍ਰਤੱਖ ਕਰਾਮਾਤ ਹੈ। ਕਿਹੜਾ, ਜਦੋਂ ਪਿੰਗਲ ਪਰਬਤ ਪਾਰ ਚਲੇ ਖਲ ਚਤਰਬ ਕੀਤਾ, ਅੰਦੁਲੇ ਤ੍ਰਿਪਮ ਸੂਝਿਆ ਗੁਰ ਭੇਟ ਪਨੀਤਾ। ਇਹ ਸਾਈਂ ਦਾ ਇੱਕ ਅਪਾਰ ਕਰਿਸ਼ਮਾ ਹੈ, ਉਹਦੀ ਪ੍ਰਤੱਖ ਕਰਾਮਾਤ, ਉਹੀ ਕਰਾਮਾਤ ਹੈ ਮੇਰੇ ਸਾਈਂ ਦੀ, ਮੇਰੇ ਪਿਆਰੇ ਦੀ, ਮੇਰੇ ਪ੍ਰੀਤਮ ਦੀ, ਜਿਹਨੇ ਵਿਚਾਰਾਂ ਨੂੰ ਬਦਲ ਕੇ ਪਿੰਗਲੇ ਨੂੰ ਪਰਬਤ ਤੇ ਚੜ੍ਹਨ ਦੇ ਯੋਗ ਕਰ ਦਿੱਤਾ। ਉਸ ਪਿੰਗਲੇ ਨੂੰ ਪਰਬਤ ਤੇ ਚੜ੍ਹਨ ਦੇ ਯੋਗ ਬਣਾ ਦਿੱਤਾ। ਪਿੰਗਲ ਪਰਬਤ ਪਾਰ ਪਰੇ, ਮੂਰਖ ਨੂੰ ਸਿਆਣਾ ਬਣਾ ਦਿੱਤਾ। ਸਮਝ ਸਿਆਣਾ ਕੌਣ ਸੀ? ਜੀਵਨ ਦੇ ਪਾਰਕ ਦੀ ਸਮਝ ਆ ਗਈ, ਸਮਝ ਆ ਗਈ। ਸਗਲ ਕੀ ਰੇਨ ਜਾਂ ਕਾ ਮਨ ਹੋਏ, ਉਹਨੂੰ ਇਹ ਗੱਲ ਸਮਝ ਆ ਗਈ, ਜਦੋਂ ਗਰੀਬੀ ਦਾ ਨਿਵਾਸ ਹੁੰਦਾ, ਇਹੋ ਗਰੀਬੀ ਹੀ ਤਾਂ ਮੁਕਤ ਦੀ ਦਾਤੀ ਹੈ। ਇਹੋ ਗਰੀਬੀ ਹੀ, ਹਿਰਦੇ ਦੀ ਗਰੀਬੀ ਹੀ ਬੰਧਨਾਂ ਤੋਂ ਛਡਾਉਂਦੀ ਹੈ। ਹਿਰਦੇ ਦੀ ਗਰੀਬੀ ਹੀ ਸਦਾ ਸਦੀਵੀ ਸੁੱਖ ਪ੍ਰਦਾਨ ਕਰਦੀ ਹੈ। ਹਿਰਦੇ ਦੀ ਗਰੀਬੀ ਹੀ ਪ੍ਰੀਤਮ ਦੇ ਚਰਨਾਂ ਵਿੱਚ ਨਿਵਾਸ ਦਿਵਾਉਂਦੀ ਹੈ। ਹਿਰਦੇ ਦੀ ਗਰੀਬੀ ਹੀ ਪ੍ਰੀਤਮ ਤੇ ਤੇਰੀ ਭੇਦ ਨੂੰ ਖਤਮ ਕਰ ਦਿੰਦੀ ਹੈ।
ਹਿਰਦੇ ਦੀ ਗਰੀਬੀ ਹੀ, ਇਹ ਗਰੀਬੀ ਤਾਂ ਔਖੀ ਬਾਤ ਹੈ। ਦੁਨਿਆਵੀ ਗਰੀਬੀ ਤਾਂ ਬਹੁਤ ਦੁਨੀਆ ਕੋਲ ਹੈ, ਪਰ ਪਿਆਰੇ ਹਿਰਦੇ ਦੀ ਗਰੀਬੀ ਦਾ ਕੋਈ ਵਿਰਲਾ ਹੀ ਹੁੰਦਾ ਹੈ। ਜਿਸ ਕੋ ਹਿਰਦੇ ਦੀ ਗਰੀਬੀ, ਉਹ ਕੋਈ ਵਿਰਲਾ ਹੀ ਮਨੁੱਖ ਸੰਸਾਰ ਵਿੱਚ ਹੁੰਦਾ ਹੈ। ਸੁਲਤਾਨਪੁਰ ਦੀ ਧਰਤੀ, ਬਈ ਨਦੀ ਦਾ ਕਿਨਾਰਾ, ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ 3 ਦਿਨ ਬਈ ਨਦੀ ਦੇ ਵਿੱਚ ਚੁੱਭੀ ਮਾਰ ਦਿੱਤੀ, ਨੌਨਿਤ ਗਰੀਬੀ ਦਾਤ ਪਰਮੇਸ਼ਰ ਦੇ ਦਰ ਤੋਂ ਜਿਹੜੀ ਮਿਲੀ ਸੀ, ਉਹਨੂੰ ਵੰਡਣ ਦਾ ਨਿਰਣਾ ਕਰ ਲਿਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਉੱਥੇ ਬਾਬਾ ਦੇਖੇ ਧਿਆਨ ਧਰ ਜਲ ਤੀਸਾ ਪ੍ਰਿਥਵੀ ਦਸਿਆਈ, ਬਾਜੋਂ ਗੁਰੂ ਗੁਬਾਰ ਹੈ ਕਰਦੀ ਸੁਣੀ ਲਕਾਈ। ਬਾਬਾ ਚੁੱਪ ਕਰਕੇ ਬੈਠ ਗਿਆ। ਬਾਬੇ ਦੀ ਗਰੀਬੀ ਨਿਮਰਤਾ ਦੇਖੋ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਤੇ ਬਾਬੇ ਨੇ ਪ੍ਰਵਾਹ ਨਹੀਂ ਕੀਤੀ, ਚੜਿਆ ਸੋਧਣ ਧਰਤ ਲੁਕਾਈ। ਉੱਥੇ ਜਾ ਪਹੁੰਚਿਆ, ਕੂੜੀ ਕੁਲ ਗਿਆ, ਲੋਕਾਂ ਨੇ ਬਾਹਰ ਕੱਢ ਦਿੱਤਾ, ਧੱਕੇ ਮਾਰ ਕੇ ਪਿੰਡ ਦੀ ਚੋਂ ਇੱਕ ਝੁੱਗੀ ਬਣਾ ਕੇ ਉਹਦੇ ਵਿੱਚ ਉਹਦਾ ਟਿਕਾਣਾ ਕਰ ਦਿੱਤਾ। ਨੇੜੇ ਕੋਈ ਨਾ ਜਾਵੇ, ਨੇੜੇ ਨਹੀਂ ਸੀ ਜਾਂਦਾ। ਕਿਸੇ ਦੇ ਦੂਰ ਤੁਰੇ ਆਉਂਦੇ ਦੀ ਪੈਰਾਂ ਦੇ ਕਦਮਾਂ ਦੀ ਆਵਾਜ਼ ਸੁਣੀ, ਤੇ ਅੰਦਰੋਂ ਝੁੱਗੀ ਚੋਂ ਬੈਠਾ ਹੀ ਆਵਾਜ਼ ਦਿੰਦਾ, ਮੇਰੇ ਨੇੜੇ ਨਾ ਆਣਾ, ਮੇਰੇ ਨੇੜੇ ਨਾ ਆਣਾ, ਮੈਂ ਕੋੜੀ ਹਾਂ, ਮੈਂ ਕੋੜੀ ਹਾਂ। ਮੈਨੂੰ ਪਿੰਡ ਵਾਲਿਆਂ ਨੇ ਪਿੰਡ ਤੋਂ ਬਾਹਰ ਕੱਢ ਦਿੱਤਾ ਹੈ, ਘਰ ਵਾਲਿਆਂ ਨੇ ਘਰ ਤੋਂ ਬਾਹਰ ਕਰ ਦਿੱਤਾ ਹੈ। ਤੁਸੀਂ ਨੇੜੇ ਨਾ ਆਣਾ, ਤੁਹਾਨੂੰ ਵੀ ਕੋੜ ਦਾ ਰੋਗ ਹੋ ਜਾਏਗਾ। ਆ ਗਿਆ ਬਾਬਾ ਵੈਦ ਰੋਗੀਆਂ ਦਾ, ਬਾਬਾ ਨਾਨਕ ਝੁੱਗੀ ਦਾ ਇੱਧਰੋਂ ਝੌਂਪੜੀ ਨੂੰ ਖੋਲ ਕੇ ਉਹਦੇ ਪਰਦਾ ਜਿਹਾ ਚੁੱਕ ਕੇ ਅੰਦਰ ਨੂੰ ਝਾਤ ਮਾਰਦੇ ਨੇ, ਤੇ ਉਹ ਡਰਦਾ ਹੋਇਆ ਹੋਰ ਪਿੱਛੇ ਹਟਦਾ, ਮੇਰੇ ਨੇੜੇ ਨਾ ਆਣਾ, ਮੇਰੇ ਨੇੜੇ ਨਾ ਆਣਾ, ਮੈਂ ਕੋੜੀ ਹਾਂ। ਗੁਰੂ ਨਾਨਕ ਅੱਗੋਂ ਸਮਝਾਉਂਦੇ ਨੇ, ਪਿਆਰਿਆ ਕੋੜੀ ਉਹ ਨਹੀਂ ਹੁੰਦਾ ਜਿਹਦਾ ਸਰੀਰ ਨੂੰ ਕੋੜ ਦਾ ਰੋਗ ਹੋ ਜਾਏ। ਕੁੜੀ ਤਾਂ ਉਹ ਹੁੰਦਾ ਹੈ ਜਿਸ ਨੇ ਪਿਆਰੇ ਦੀ ਯਾਦ ਭੁਲਾ ਦਿੱਤੀ ਹੋਵੇ, ਔਰ ਜਿਸ ਨੂੰ ਅੰਦਰ ਕੋੜ ਦਾ ਰੋਗ ਲੱਗ ਗਿਆ ਹੋਵੇ। ਗੁਰੂ ਨਾਨਕ ਸਮਝਾਉਂਦੇ ਨੇ, ਗੁਰੂ ਨਾਨਕ ਇਹ ਗੱਲ ਕਰਦੇ ਨੇ, ਗੁਰੂ ਨਾਨਕ ਇੱਥੇ ਲਿਆ ਕੇ ਖੜਾ ਕਰਦੇ ਨੇ, ਗੁਰੂ ਨਾਨਕ ਸਾਨੂੰ ਸਮਝਾਉਂਦੇ ਨੇ। ਦੇਖੋ, ਕਦੀ ਖੇਤੀਬਾੜੀ ਕਰਦਿਆਂ ਦੇਖੀਏ, ਕਿਸਾਨ ਜ਼ਿਮੀਂਦਾਰ ਸਾਰੀ ਮਿਹਨਤ ਕਰਕੇ ਬੀਜ ਬੀਜ ਦਿੰਦਾ ਹੈ, ਫਿਰ ਉੱਤੇ ਸੁਹਾਗਾ ਫੇਰਦਾ ਹੈ ਤਾਂ ਕਿ ਬੀਜ ਨੰਗਾ ਨਾ ਹੋ ਜਾਏ, ਉੱਤੇ ਮਿੱਟੀ ਪਾ ਦਿੰਦਾ ਹੈ। ਧਰਤੀ ਦੀ ਕੁੱਖ ਵਿੱਚ ਦੱਬਿਆ ਹੋਇਆ ਬੀਜ ਫਿਰ ਪੁੰਗਰਦਾ ਹੈ, ਬੂਟਾ ਬਣਦਾ ਹੈ। ਇਸ ਬੂਟੇ ਦਾ ਫਿਰ ਰਖਵਾਲਾ ਵੀ ਬਿਠਾਉਂਦਾ ਹੈ ਕਿ ਕੋਈ ਉਜਾੜ ਨਾ ਜਾਏ, ਕੋਈ ਪਸ਼ੂ ਪੰਛੀ ਇਸ ਨੂੰ ਖਾ ਨਾ ਜਾਣ। ਇਸ ਤਰ੍ਹਾਂ ਹਿਰਦੇ ਦੀ ਖੇਤੀ ਤਿਆਰ ਕਰਕੇ, ਨਾਮ ਦਾ ਬੀਜ ਬੀਜ ਕੇ, ਇਸ ਪੈਦਾ ਹੋਏ ਇਸ ਵਿੱਚੋਂ ਰੱਬੀ ਈਮਾਨ ਦੇ ਬੂਟੇ ਦੀ ਰਾਖੀ ਗਰੀਬੀ ਨੂੰ ਬਿਠਾਉਣਾ ਪੈਂਦਾ ਹੈ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਇਹ ਬੇਸ ਜਿਹੜਾ ਹੈ, ਇਹ ਰੱਖ ਗਰੀਬੀ ਬੇਸ, ਉਹਦੀ ਰਾਖੀ ਗਰੀਬੀ ਬੇਸ ਨਾਲ ਹੁੰਦੀ ਹੈ। ਨਾਮ ਬੀਜਿਆ ਗਿਆ, ਸੰਤੋਖ ਦਾ ਸੁਹਾਗਾ ਫਿਰ ਦਿੱਤਾ, ਗਰੀਬੀ ਦਾ ਬੇਸ ਬਣ ਗਿਆ। ਹਿਰਦੇ ਦੀ ਗਰੀਬੀ ਆਪਣੀ ਮਿਹਨਤ ਨਾਲ ਨਹੀਂ ਪਿਆਰਿਆ। ਇੱਕ ਗੱਲ ਯਾਦ ਰੱਖੀ, ਹਿਰਦੇ ਦੀ ਗਰੀਬੀ ਵਾਹਿਗੁਰੂ ਦੀ ਮਿਹਰ ਨਾਲ ਮਿਲਦੀ ਹੈ। ਕਰ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਇਹ ਜਿਹੇ ਹਿਰਦੇ ਦੀ ਗਰੀਬੀ ਦਾ ਧਾਰਨੀ ਹੀ ਬਸ ਬਿਨੋ ਮੋਹ ਸਾਰਿਆ ਅਰਦਾਸਾਂ ਕਰਦਾ ਹੈ, ਜਿਉਂ ਜਾਣੋ ਤਿਉਂ ਰਾਖ, ਹਰ ਪ੍ਰਭ ਤੀਰਿਆ, ਕੀਤੇ ਗਣੋ ਅਸੰਖ ਅਵਗੁਣ ਮੇਰਿਆ। ਤੇ ਸਭ ਸਾਰੇ ਸ਼ੁਭ ਗੁਣਾਂ ਦਾ ਤੱਤ ਇੱਥੇ ਆ ਕੇ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਨਿਮਰਤਾ ਦਾ ਜਨਮ ਹੋ ਗਿਆ, ਮਿਠਾਸ ਹੋ ਗਈ, ਪਿਆਰ ਦੇ ਮਾਰਗ ਤੇ ਅੱਗੇ ਨੂੰ ਤੁਰਦਾ ਗਿਆ। ਤੇ ਇੱਥੇ ਹੀ ਸਤਿਗੁਰੂ ਕਹਿੰਦੇ ਨੇ, ਫਿਰ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ। ਇੱਥੋਂ ਫਿਰ ਅੱਗੋਂ ਲਿਵ ਦੀ ਯਾਤਰਾ ਸ਼ੁਰੂ ਹੁੰਦੀ ਹੈ, ਗੁਰਪ੍ਰਸਾਦ ਦੀ। ਜਿਨ੍ਹਾਂ ਲਿਵ ਲਾਗੀ, ਇਹ ਆਪਾਂ ਅਗਲੀ ਵਿਚਾਰ ਵਿੱਚ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਤਿ ਸਾਰਿਆਂ ਨੂੰ ਬੇਨਤੀ ਹੈ। ਅਤੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।